ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ ਹਲਕਾ ਗਿੱਲ ਦੇ ਪਿੰਡ ਕਾਲਖ ਦੇ ਮੌਜੂਦਾ ਸਰਪੰਚ ਬੀਬੀ ਪਰਮਜੀਤ ਕੌਰ ਚੀਮਾ ਜੀ ਦੇ ਪਿੰਡ। ਪਰ ਬੀਬੀ ਜੀ ਦੀ ਸਿਹਤ ਨਾਸਾਜ਼ ਹੈ ਕਿਉਂਕਿ ਸਰਪੰਚੀ ਦੇ ਕੰਮਕਾਰ ਦੇ ਨਾਲ ਬੀਬੀ ਜੀ ਇੱਕ ਘਰੇਲੂ ਗ੍ਰਹਿਣੀ ਵੀ ਨੇ। ਪਿੰਡ ਕਾਲਖ ਦੇ ਵਿਕਾਸ ਕੰਮਾਂ ਦੇ ਸਬੰਧ ਦੇ ਵਿੱਚ ਤੁਹਾਡੇ ਰੂਬਰੂ ਹੋ ਰਹੇ ਨੇ ਬੀਬੀ ਪਰਮਜੀਤ ਕੌਰ ਚੀਮਾ ਜੀ ਦੇ ਪਤੀ ਸਰਦਾਰ ਬਖਸ਼ੀਸ਼ ਸਿੰਘ ਚੀਮਾ ਜੀ, ਜੋ ਬਤੌਰ ਨੰਬਰਦਾਰ ਵੀ ਆਪਣੇ ਪਿੰਡ ਦੀ ਸੇਵਾ ਨਿਭਾਉਂਦੇ ਨੇ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਬਖਸ਼ੀਸ਼ ਸਿੰਘ ਚੀਮਾ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਆਪਾਂ ਫਤਿਹ ਦੀ ਆਪਸ 'ਚ ਦੋਨੋਂ ਜਾਣੇ ਸਾਂਝ ਬੁਲਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ੀਸ਼ ਸਿੰਘ ਚੀਮਾ ਜੀ, ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਕਾਲਖ ਦੀ, ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਬੀਬੀ ਪਰਮਜੀਤ ਕੌਰ ਜੀ ਦੀ ਸਰਪੰਚੀ ਬਾਰੇ। ਜਿਸ ਸਮੇਂ ਤੁਹਾਡੇ ਪਿੰਡ ਵਾਸੀਆਂ ਨੇ ਬੀਬੀ ਪਰਮਜੀਤ ਕੌਰ ਜੀ ਨੂੰ ਸਰਪੰਚ ਦਾ ਮਾਣ ਦਿੱਤਾ, ਉਸ ਸਮੇਂ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਸੀ? ਕੁੱਲ ਵੋਟਾਂ 1600 ਭੁਗਤੀ ਸੀ ਜੀ। ਸਾਨੂੰ 1200 ਵੋਟ ਪਈ, ਦੂਜਿਆਂ ਨੂੰ 400 ਪਈ ਜੀ। 400 ਵੋਟ ਤੇ ਜਿੱਤ ਹੋਈ ਆ। ਬੀਬੀ ਜੀ ਦੀ 400 ਵੋਟ ਤੋਂ ਲੀਡ ਕਰਕੇ ਜਿੱਤ ਹੋਈ ਹੈ। ਤੇ ਜਿਸ ਦਿਨ ਬੀਬੀ ਜੀ ਨੂੰ ਐਡਾ ਭਾਰੀ ਬਹੁਮਤ ਮਿਲਿਆ, ਪ੍ਰਮਾਤਮਾ ਨੇ ਬੀਬੀ ਜੀ ਦੀ ਝੋਲੀ ਦੇ ਵਿੱਚ ਸਰਪੰਚੀ ਪਾਈ, ਤੁਸੀਂ ਉਸ ਦਿਨ ਕਿਹੋ ਜਿਹਾ ਮਹਿਸੂਸ ਕਰ ਰਹੇ ਸੀ? ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਸਰਪੰਚ ਦੀ ਦਾਅਵੇਦਾਰ ਤਾਂ ਹਮੇਸ਼ਾ ਹੀ ਜੈਂਟਸ ਰਹੇ ਨੇ। ਆਦਮੀਆਂ ਨੂੰ ਹੁੰਦਾ ਵੀ ਸਾਨੂੰ ਸਰਪੰਚੀ ਦਾ ਮਾਣ ਮਿਲੇ, ਪਰ ਪ੍ਰਮਾਤਮਾ ਨੇ ਤੁਹਾਡੀ ਧਰਮ ਪਤਨੀ ਨੂੰ ਸਰਪੰਚ ਬਣਾਇਆ ਕਿਉਂਕਿ ਪਿੰਡ ਮਹਿਲਾ ਰਿਜ਼ਰਵ ਸੀ। ਤੁਸੀਂ ਕੀ ਮਹਿਸੂਸ ਕੀਤਾ? ਅਸੀਂ ਵਧੀਆ ਮਹਿਸੂਸ ਕੀਤਾ, ਕੋਈ ਖੁਸ਼ੀ ਨਹੀਂ। ਅਸੀਂ ਜਿੱਤ ਪ੍ਰਾਪਤ ਕਰਕੇ ਗੁਰੂ ਘਰ ਗਏ, ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਫਿਰ ਅਸੀਂ ਆਪਦੇ ਘਰੇ ਆਏ। ਬਹੁਤ ਖੁਸ਼ੀ ਮਨਾਈ ਜੀ। ਕੋਈ ਅਸੀਂ ਢੋਲ ਨਹੀਂ ਵਜਾਇਆ ਵੀ ਪਿੰਡ ਦਾ ਅਸੀਂ ਸੇਵਾ ਕਰਨੀ ਹੈ ਜੀ, ਇਹ ਮਹਿਸੂਸ ਕੀਤਾ ਜੀ। ਹਾਂਜੀ। ਔਰ ਹੁਣ ਜੇਕਰ ਦੇਖਿਆ ਜਾਵੇ ਦਸੰਬਰ ਦੇ ਵਿੱਚ ਬੀਬੀ ਪਰਮਜੀਤ ਕੌਰ ਚੀਮਾ ਜੀ ਦੇ ਕਾਰਜਕਾਲ ਨੂੰ 3 ਸਾਲ ਹੋ ਜਾਣੇ ਹੈ। ਜਿੱਤ ਤੋਂ ਬਾਅਦ ਅੱਜ ਤੱਕ ਦਾ ਜੋ ਸਫ਼ਰ ਹੈ, ਕਿਉਂਕਿ ਬੀਬੀ ਜੀ ਤੁਹਾਡੇ ਨਾਲ ਹਰ ਇੱਕ ਗੱਲ ਦਾ ਰਾਬਤਾ ਕਰਦੇ ਹੈ, ਤੁਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹੋ, ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦਾ ਤੁਹਾਡੇ ਪਿੰਡ ਦੇ ਲੋਕਾਂ ਦੀ ਤੁਹਾਡੇ ਨਾਲ ਜੋ ਰਾਬਤਾ ਆ, ਤੁਹਾਨੂੰ ਕਿਸ ਪ੍ਰਕਾਰ ਹੈ? ਬਹੁਤ ਵਧੀਆ ਮੈਡਮ, ਸਾਰੇ ਲੋਕ ਬਹੁਤ ਵਧੀਆ ਵਰਤਾਵ ਆ, ਸੈਨਾ ਦਾ ਕੰਮ ਕਰਾਉਣ ਦਾ, ਕੋਈ ਝਗੜੇ ਦਾ ਕੋਈ ਨਹੀਂ, ਵਧੀਆ ਮਾਹੌਲ ਆ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਬਖਸ਼ੀਸ਼ ਸਿੰਘ ਚੀਮਾ ਜੀ ਦੇ ਨਾਲ ਪਿੰਡ ਕਾਲਖ ਦੇ ਵਿਕਾਸ ਕੰਮਾਂ ਦੇ ਸਬੰਧ ਦੇ ਵਿੱਚ। ਬਖਸ਼ੀਸ਼ ਜੀ, ਹੁਣ ਚਾਨਣਾ ਇਹ ਪਾਓ ਕਿ ਤੁਹਾਡੇ ਪਿੰਡ ਕਾਲਖ ਦੀ ਪੰਚਾਇਤੀ ਜ਼ਮੀਨ ਕਿੰਨੀ ਹੈ ਔਰ ਉਸ ਤੋਂ ਆਮਦਨ ਕਿੰਨੀ ਹੈ? 13 ਕਿੱਲੇ ਜੀ ਸਾਰੀ। ਔਰ ਇਸ ਤੋਂ ਆਮਦਨ ਐਤੀ 5,40,000 ਆ। ਪਹਿਲੇ ਸਾਲ ਇਦੋਂ ਘੱਟ ਸੀ, ਉਦੋਂ ਪਹਿਲੇ ਸਾਲ ਇਦੋਂ ਘੱਟ ਸੀ ਜੀ। ਤੇ ਬਖਸ਼ੀਸ਼ ਜੀ, ਹੁਣ ਇਹ ਚਾਨਣਾ ਪਾਓ, ਜਿਹੜੀ ਤੁਹਾਡੇ ਤੋਂ ਪਹਿਲਾਂ ਸਾਬਕਾ ਪੰਚਾਇਤ ਸੀ, ਉਹਨੂੰ ਪਿਛਲੇ 5 ਸਾਲ ਦੇ ਵਿੱਚ ਸਰਕਾਰ ਤੋਂ ਕਿੰਨੀ ਗ੍ਰਾਂਟ ਆਈ, ਇਹਦੀ ਜਾਣਕਾਰੀ ਹੈ? ਨਹੀਂ, ਇਹਦੀ ਜਾਣਕਾਰੀ ਨਹੀਂ। ਜੋ ਆਈ ਉਹਨਾਂ ਨੇ ਕੰਮ ਕੀਤਾ, ਰਸਤੇ ਵੀ ਬਣਾਏ ਉਹਨਾਂ ਨੇ, ਬਜਰੀ ਕੰਕਰੀਟ ਦੇ, ਛੱਪੜ ਦਾ ਕੰਮ ਵੀ ਕੀਤਾ। ਸਾਬਕਾ ਪੰਚਾਇਤ ਨੇ ਮੌਜੂਦਾ ਪੰਚਾਇਤ ਦੇ ਖਾਤੇ ਵਿੱਚ ਕੋਈ ਰਕਮ ਛੱਡੀ ਸੀ? ਇਹ ਸੈਕਟਰੀ ਸਾਹਿਬ ਨੂੰ ਪਤਾ, ਥੋੜੇ ਜਿਹੇ ਸੀਗੇ। ਕਿੰਨੀ ਰਕਮ? ਇਹ 90-92 ਹਜ਼ਾਰ ਰੁਪਈਆ ਸੀ। ਤੇ ਉਹ 90-92 ਹਜ਼ਾਰ ਰੁਪਇਆ ਮੌਜੂਦਾ ਪੰਚਾਇਤ ਨੇ ਪਿੰਡ ਦੇ ਕਿਸੇ ਵਿਕਾਸ ਕੰਮ ਤੇ ਖਰਚ ਕੀਤਾ? ਹਾਂ, ਇੱਕ ਖਾਲੀਆਂ ਨਾਲੀਆਂ ਤੇ ਗਲੀਆਂ ਤੇ ਜੀ ਉਹਨਾਂ ਤੇ ਖਰਚ ਕੀਤਾ। ਔਰ ਜੇ ਬਖਸ਼ੀਸ਼ ਜੀ, ਜੇਕਰ ਆਪਾਂ ਗੱਲ ਕਰੀਏ ਸਾਬਕਾ ਪੰਚਾਇਤ ਦੀ ਦੁਬਾਰਾ ਫੇਰ, ਕਿ ਸਾਬਕਾ ਪੰਚਾਇਤ ਔਰ ਮੌਜੂਦਾ ਪੰਚਾਇਤ ਟੇਬਲ ਤੇ ਬੈਠ ਕੇ ਚਾਹ ਦਾ ਕੱਪ ਸਾਂਝਾ ਕਰਦੇ ਆ? ਨਹੀਂ ਮੈਡਮ, ਚਾਹ ਦਾ ਕੱਪ ਨਹੀਂ ਸਾਂਝਾ। ਅਸੀਂ ਉਹ ਆਪਦਾ ਕੰਮ ਕਰੀ ਜਾਂਦੇ ਸੀ, ਹੁਣ ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ। ਨਾ ਉਹ ਦਖਲ ਦਿੰਦੇ, ਅਸੀਂ ਦਖਲ ਨਹੀਂ ਪਹਿਲਾਂ ਦਿੱਤਾ, ਨਾ ਉਹ ਸਾਡੇ ਹੀ ਦਖਲ ਦਿੰਦੇ। ਨਹੀਂ, ਚਾਹ ਦਾ ਕੱਪ ਸਾਂਝਾ ਕਰਨ ਤੋਂ ਭਾਵ ਇਹ ਹੁੰਦਾ, ਦੇਖੋ ਜਿਹੜੀ ਸਰਪੰਚੀ ਹੁੰਦੀ ਹੈ ਨਾ, ਜਿਸ ਸਮੇਂ ਤੁਹਾਡੀ ਸਾਬਕਾ ਪੰਚਾਇਤ ਸਰਪੰਚੀ ਕਰ ਰਹੀ ਸੀ ਔਰ ਤੁਸੀਂ ਬਤੌਰ ਪਿੰਡ ਵਾਸੀ, ਐਗਜ਼ਾਮਪਲ ਹੈ, ਬਤੌਰ ਪਿੰਡ ਵਾਸੀ ਸਰਪੰਚੀ ਦੇ ਕੰਮਾਂ ਕਾਰਾਂ ਵਿੱਚ ਕਮੀਆਂ ਨਿਕਾਲਦੇ ਹੋਣਗੇ ਵੀ ਇੱਥੋਂ ਸਰਪੰਚ ਠੀਕ ਕੰਮ ਨਹੀਂ ਕਰ ਰਿਹਾ। ਪਰ ਜਦੋਂ ਬੰਦਾ ਖੁਦ ਇਸ ਖੇਡ ਨੂੰ ਖੇਡਣ ਲੱਗਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਸਰਪੰਚੀ ਲੈਣੀ ਬਹੁਤ ਆਸਾਨ ਹੈ, ਕਰਨੀ ਬਹੁਤ ਔਖੀ ਹੈ। ਤੇ ਜਦੋਂ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਬਕਾ ਪੰਚਾਇਤ ਦੇ ਨਾਲ ਰਾਬਤਾ ਕਰਕੇ ਉਸ ਸਮੱਸਿਆ ਦਾ ਹੱਲ ਲੱਭਦੇ ਹੈ। ਪਰ ਕਈ ਪਿੰਡਾਂ ਦੇ ਵਿੱਚ ਦੇਖਣ ਵਿੱਚ ਆਇਆ ਕਿ ਸਾਬਕਾ ਪੰਚਾਇਤਾਂ ਦਾ ਮੌਜੂਦਾ ਪੰਚਾਇਤਾਂ ਦੇ ਨਾਲ ਵਰਤੀਰਾ ਜਿਹੜਾ ਵਧੀਆ ਨਹੀਂ ਹੈ। ਇਸ ਲਈ ਤੁਹਾਨੂੰ ਇਹ ਗੱਲ ਪੁੱਛੀ ਵੀ ਟੇਬਲ ਤੇ ਸਾਂਝ ਹੈ, ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਉਹਨਾਂ ਤੋਂ ਸਹਿਯੋਗ ਮੰਗਦੇ ਹੋ ਜਾਂ ਆਪਸ 'ਚ ਗੱਲਬਾਤ ਕਰਦੇ ਹੋ, ਡਿਸਕਸ ਕਰਦੇ ਹੋ ਜਾਂ ਨਹੀਂ ਕਰਦੇ? ਨਹੀਂ ਕਰਦੇ ਮੈਡਮ। ਹਾਂ, ਇਹ ਅਸੀਂ ਪਹਿਲਾਂ ਵੀ ਉਹਨਾਂ ਦੀ ਪੰਚਾਇਤ 'ਚ ਵੀ ਪੰਚ ਰਹਿ ਚੁੱਕੇ ਹਾਂ ਜੀ। ਹਾਂ, ਬਤੌਰ ਮੈਡਮ ਆਪਣੇ ਪਰਮਜੀਤ ਪੰਚ ਰਹਿ ਚੁੱਕੇ ਉਹਨਾਂ ਦੇ ਬਤੌਰ।
ਹੋਰ ਜਾਂ ਉਹ ਕੰਮ ਦੇ ਵਿੱਚ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਕਰਨਾ, ਉਹ ਸਾਨੂੰ ਨਹੀਂ ਕਹਿੰਦੇ ਜੀ ਅਸੀਂ ਆਪਦੀ ਤਕਰੀਬਨ ਕਰੀ ਜਾਂਦਾ ਜੋ ਮਿਲਦਾ ਪੈਸਾ ਜੀ ਜਾਂ ਸਾਡੀ ਪੰਚਾਇਤ ਨੂੰ ਜੋ ਮਿਲਦਾ ਅਸੀਂ ਆਪਦਾ ਕਰੀ ਜਾਂਦੇ ਜੀ। ਬਸ ਬੇਟੇ। ਤੇ ਹੁਣ ਸਰਪੰਚ ਸਾਹਿਬ ਚਾਨਣਾ ਇਹ ਪਾਓ ਕਿ ਬੀਬੀ ਜੀ ਦੇ ਕਾਰਜਕਾਲ ਦੇ ਦੌਰਾਨ ਜਿਹੜੀ ਪੰਚਾਇਤੀ ਜ਼ਮੀਨ ਦੀ ਆਮਦਨ ਆਈ ਉਹ ਤੁਸੀਂ ਪਿੰਡ ਦੇ ਕਿਹੜੇ-ਕਿਹੜੇ ਵਿਕਾਸ ਕੰਮ ਤੇ ਖਰਚ ਕੀਤੀ? ਉਹ ਅਸੀਂ ਗਲੀਆਂ ਤੇ ਵੀ ਲਾਈ, ਕੁਛ ਖਾਲੀਆਂ ਤੇ ਕੁਛ ਪੁਲੀਆਂ ਟੁੱਟੀਆਂ ਹੋਈਆਂ ਸੀ, ਖਾਲੀ ਪੈਪ ਇਹਨਾਂ ਤੇ ਖਰਚ ਕੀਤਾ ਜੀ। ਹਾਂਜੀ। ਬਖਸ਼ੀਸ਼ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਪੰਚਾਇਤੀ ਆਮਦਨ ਦੇ ਨਾਲ ਤੁਸੀਂ ਆਪਣੇ ਪਿੰਡ ਦੀਆਂ ਗਲੀਆਂ ਔਰ ਪੁਲੀਆਂ ਦੇ ਕੰਮ ਜਿਹੜੇ ਨੇ ਕਰਵਾਏ। ਹੁਣ ਇੱਕ ਚਾਨਣਾ ਹੋਰ ਪਾ ਦਿਓ ਕਿ ਸਾਬਕਾ ਪੰਚਾਇਤ ਨੇ ਜਿੱਥੇ ਪਿੰਡ ਦੇ ਕੰਮ ਛੱਡੇ ਸੀ ਤੁਸੀਂ ਉੱਥੋਂ ਕੰਮ ਸ਼ੁਰੂ ਕਰੇ ਜਾਂ ਪਿੰਡ ਦੇ ਵਿਕਾਸ ਕੰਮ ਦੀ ਪਲੈਨਿੰਗ ਤੁਹਾਡੀ ਆਪਣੀ ਨਵੀਂ ਸੀ? ਨਹੀਂ ਮੈਡਮ, ਜਿੱਥੋਂ ਪਹਿਲੀ ਪੰਚਾਇਤ ਨੇ ਛੱਡੇ ਉਹਨੇ ਰਸਤਿਆਂ ਤੋਂ ਅਸੀਂ ਇੰਟਰਲੋਕ ਲਾਉਣੀ ਸ਼ੁਰੂ ਕਰਤੀ ਜੀ। ਹਾਂ, ਬਾਕੀ ਕੰਮ ਚੱਲ ਰਿਹਾ ਸਾਡਾ। ਬਖਸ਼ੀਸ਼ ਜੀ, ਹੁਣ ਇਹ ਚਾਨਣਾ ਪਾ ਦਿਓ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਗਲੀਆਂ ਨੇ ਜਿਨ੍ਹਾਂ ਦੇ ਵਿੱਚ 14ਵੇਂ ਔਰ 15ਵੇਂ ਵਿੱਤ ਕਮਿਸ਼ਨ ਦੀ ਰਕਮ ਦੇ ਨਾਲ ਇੰਟਰਲੋਕ ਟਾਈਲਾਂ ਦਾ ਕੰਮ ਚੱਲਿਆ, ਗਲੀਆਂ ਨਾਲੀਆਂ ਬਣੀਆਂ? 13 ਰਸਤੇ ਆ ਇੰਟਰਲੋਕ ਦੇ, 11 ਰਸਤੇ 11 ਫੁੱਟੇ, 2 ਰਸਤੇ 20 ਫੁੱਟੇ ਜੀ ਇਹ ਬਣਾਏ ਨੇ ਅਸੀਂ ਜੀ। ਹਾਂ, ਇਹਦੇ ਚੋਂ ਇੱਕ ਚੌਂਤਾ ਬਣਾਇਆ, ਸ਼ੈੱਡ ਪਾਇਆ, ਇੱਕ ਧਰਮਸ਼ਾਲਾ ਜੀ ਐਸਿਆਂ ਨੂੰ ਉਹ ਬਣਾ ਕੇ ਦਿੱਤੇ ਜੀ। ਹਾਂਜੀ। ਬਾਕੀ ਤੇ ਇਸ ਤੋਂ ਇਲਾਵਾ ਤੁਹਾਡੀ ਪੰਚਾਇਤ ਨੇ ਹੋਰ ਕਿਹੜੇ-ਕਿਹੜੇ ਕੰਮ ਕੀਤੇ? ਇੱਕ ਪਾਰਕਿੰਗ ਦਾ ਕੰਮ ਚੱਲ ਰਿਹਾ, ਉਹ ਹਫ਼ਤੇ 'ਚ ਤਿਆਰ ਹੋ ਜਾਊਗਾ। ਬਾਕੀ 3 ਕਬਰਸਤਾਨਾਂ ਮੜੀਆਂ ਤੇ ਉਹ ਆਪਣੇ ਸ਼ੈੱਡ 40-20 ਦੇ ਪਾਉਣੇ ਆ, ਇੱਕ ਆਪਣੇ ਬੋਰ ਕਰਨਾ ਜੀ। ਇਹ ਕੰਮ ਨੇ ਸਾਡੇ ਅਧੂਰੇ ਜੀ। ਹਾਂਜੀ। ਬਖਸ਼ੀਸ਼ ਸਿੰਘ ਜੀ, ਚਾਨਣਾ ਪਾਓ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਸ਼ਮਸ਼ਾਨ ਘਾਟ ਦੀ। ਤੁਹਾਡੇ ਪਿੰਡ ਕਾਲਖ ਦੇ ਵਿੱਚ ਕਿੰਨੇ ਸ਼ਮਸ਼ਾਨ ਘਾਟ ਹੈ? 3 ਨੇ ਮੈਡਮ। ਕੀ ਕਾਰਨ ਹੈ ਬਖਸ਼ੀਸ਼ ਜੀ, ਜਦੋਂ ਕਿ ਆਪਾਂ ਸਾਰਿਆਂ ਨੇ ਮਰਨ ਤੋਂ ਬਾਅਦ ਜਾਣਾ ਤਾਂ ਇੱਕੋ ਹੀ ਜਗ੍ਹਾ ਤੇ ਹੈ, ਪਰ ਆਪਣੇ ਪਿੰਡ ਦੇ ਵਿੱਚ 3 ਸ਼ਮਸ਼ਾਨ ਘਾਟ ਕਿਉਂ ਹੈ? ਇਹ ਪਹਿਲਾਂ ਤੋਂ ਮੈਡਮ ਬਜ਼ੁਰਗਾਂ ਦੇ ਬਣਾਏ ਹੋਏ ਨੇ, ਪਹਿਲਾਂ ਤੋਂ ਚੱਲੀ ਜਾਂਦੇ ਜੀ। ਔਰ ਜੇਕਰ ਆਪਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ, ਆਪਣੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਕਿੰਨੇ ਆ? 4। ਆਪਾਂ ਪੰਜਾਬ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਸਿਰਫ ਹਰਮੰਦਰ ਸਾਹਿਬ ਇੱਕ ਹੈ। ਔਰ ਦੁਨੀਆ ਭਾਰਤ ਹੀ ਨਹੀਂ, NRI ਵੀ ਮੱਥਾ ਟੇਕਣ ਲਈ, ਦਰਸ਼ਨ ਕਰਨ ਲਈ ਹਰਮੰਦਰ ਸਾਹਿਬ ਐਡੀ ਦੂਰ ਪਹੁੰਚਦੇ ਨੇ। ਪਰ ਤੁਹਾਡੇ ਪਿੰਡ ਦੇ ਵਿੱਚ 4 ਗੁਰਦੁਆਰਾ ਸਾਹਿਬ, ਇੱਕ ਗੁਰਦੁਆਰਾ ਸਾਹਿਬ 'ਚ ਕੀ ਪਿੰਡ ਵਾਸੀ ਮੱਥਾ ਨਹੀਂ ਸੀ ਟੇਕ ਸਕਦੇ? ਮੈਡਮ ਪਿੰਡ ਵੱਡਾ ਹੋਣ ਕਰਕੇ ਇਹਦੇ ਕਰਕੇ ਮੁਸ਼ਕਲ ਸੀ, ਤਾਂ ਕਰਕੇ 4 ਗੁਰੂ ਘਰ ਬਣੇ ਨੇ। ਇਹ ਵੀ ਪਹਿਲਾਂ ਬਜ਼ੁਰਗਾਂ ਦੇ ਹੀ ਬਣਾਏ ਹੋਏ ਨੇ ਜੀ। ਦੇਖਣ ਵਾਲੀ ਗੱਲ ਇਹ ਹੈ, ਕਈ ਪਿੰਡਾਂ ਦੇ ਵਿੱਚ ਜਿਸ ਪ੍ਰਕਾਰ ਸ਼ਮਸ਼ਾਨ ਘਾਟ, ਜਿਵੇਂ ਪਿੰਡ ਕਾਲਖ ਦੇ ਵਿੱਚ 3 ਨੇ ਔਰ ਗੁਰਦੁਆਰਾ ਸਾਹਿਬ ਪਿੰਡ ਕਾਲਖ ਦੇ ਵਿੱਚ 4 ਨੇ। ਤੇ ਜੇਕਰ ਦੇਖਿਆ ਜਾਵੇ, ਜਾਣਾ ਸਾਰਿਆਂ ਨੇ ਮੱਥਾ ਟੇਕਣ ਲਈ ਇੱਕ ਹੀ ਗੁਰਦੁਆਰੇ ਆ, ਪਰ ਆਪਣੀ ਆਪਣੀਆਂ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ 4 ਕਦਮ ਤੁਰ ਕੇ ਨਾ ਪਹੁੰਚਦੇ ਹੋਏ ਆਪਣੀ ਆਪਣੀ ਸੁਵਿਧਾ ਲਈ ਗੁਰਦੁਆਰਾ ਸਾਹਿਬ ਦੀ ਜਿਹੜੀ ਗਿਣਤੀ ਹੈ ਪਿੰਡਾਂ ਵਿੱਚ ਵੱਧਦੀ ਜਾ ਰਹੀ ਹੈ। ਜੇਕਰ ਆਪਾਂ ਬਖਸ਼ੀਸ਼ ਜੀ ਗੱਲ ਕਰੀਏ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਸੀ ਗਲੀਆਂ ਨਾਲੀਆਂ ਦੀ, ਆਪਾਂ ਪਿੰਡ ਦੇ ਵਿਕਾਸ ਕੰਮ ਦੀ, ਕਿਉਂਕਿ ਜਦੋਂ ਵੀ ਪਿੰਡ ਦੇ ਵਿਕਾਸ ਕੰਮ ਦੀ ਗੱਲ ਹੁੰਦੀ ਹੈ ਤਾਂ ਪਿੰਡ ਦੇ ਵਿਕਾਸ ਕੰਮ ਗਲੀਆਂ ਨਾਲੀਆਂ ਤੋਂ ਹੀ ਸ਼ੁਰੂ ਕੀਤੇ ਜਾਂਦੇ ਨੇ। ਔਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਪੰਚਾਇਤੀ ਆਮਦਨ ਦੀ, ਤੇ ਤੁਸੀਂ ਇਹ ਚਾਨਣਾ ਪਾਓ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਨੇ ਪੰਚਾਇਤੀ ਆਮਦਨ ਦੇ ਨਾਲ ਕਿੰਨੀਆਂ ਬਣੀਆਂ ਔਰ 14ਵੇਂ ਵਿੱਤ ਕਮਿਸ਼ਨ ਦੀ ਰਕਮ ਨਾਲ ਕਿੰਨੀਆਂ ਬਣੀਆਂ? ਹੁਣ ਤੱਕ ਕੁੱਲ ਕਿੰਨੀਆਂ ਗਲੀਆਂ ਬਣੀਆਂ ਨੇ? ਕੁੱਲ 20 ਗਲੀਆਂ ਬਣੀਆਂ ਨੇ, ਜਿਨ੍ਹਾਂ ਵਿੱਚ 4 ਕੱਚੇ ਰਸਤੇ ਸੀ। ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਬਣਾਏ ਜੀ। ਉੱਥੇ 8 ਘਰ ਸੀ 10, ਉਹਨਾਂ ਦਾ ਪਾਣੀ ਦਾ ਰਸਤੇ ਕੱਚੇ ਉਹ ਆਪਾਂ ਬਣਾਏ ਨੇ। ਬਾਕੀ ਪੱਕੀਆਂ ਸੀ, ਪਾਣੀ ਖੜਦਾ ਸੀ ਉਹਨਾਂ ਰਸਤਿਆਂ 'ਚ, ਉਹ ਆਪਾਂ ਗਲੀਆਂ ਬਣਾਈਆਂ ਜੀ। ਬਖਸ਼ੀਸ਼ ਜੀ, ਇਹ ਚਾਨਣਾ ਪਾਓ, ਜਿਹੜਾ ਤੁਸੀਂ ਆਪਣੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਲਈ ਪਾਰਕ ਬਣਾ ਰਹੇ ਹੋ, ਇਸ ਪਾਰਕ ਦੇ ਵਿੱਚ ਤੁਸੀਂ ਪਿੰਡ ਵਾਸੀਆਂ ਨੂੰ ਕੀ ਕੀ ਸੁਵਿਧਾ ਦੇਵੋਗੇ? ਇਹਦੇ ਵਿੱਚ ਮੈਡਮ ਇੱਕ ਤਾਂ ਜਾਲੀ ਲੱਗੀ ਆ, ਅੰਦਰਲੇ ਪਾਸੇ ਬਜ਼ੁਰਗਾਂ ਨੂੰ ਘੁੰਮਣ ਨੂੰ ਇੰਟਰਲੋਕ ਲਾਵਾਂਗੇ ਜੀ। 2 ਜਿੰਮਾਂ ਲਾਵਾਂਗੇ ਜੀ। ਨੌਜਵਾਨਾਂ ਨੂੰ, ਛੋਟੇ ਬੱਚਿਆਂ ਨੂੰ ਅਸੀਂ ਝੂਲੇ ਜੀ ਉਹ ਲਾਵਾਂਗੇ। ਬਾਕੀ ਗਰਾਊਂਡ ਦੇ ਵਿੱਚ ਘਾਹ ਲੱਗੂਗਾ ਜੀ। ਬਾਕੀ ਪਾਣੀ ਦੀ ਸਹੂਲਤ ਸਾਰੀ ਹੋਊਗੀ ਜੀ। ਦਰਸ਼ਕਾਂ ਨੂੰ ਇੱਥੇ ਦੱਸ ਦੇਣਾ ਚਾਹਾਂਗੇ, ਜਿਹੜੇ ਸਾਡੇ ਸਰਪੰਚ ਭਾਈਚਾਰਾ ਹੁੰਦਾ ਆ ਔਰ ਬੀਬੀ ਪਰਮਜੀਤ ਕੌਰ ਜੀ ਦੇ ਪਤੀ ਸਰਦਾਰ ਬਖਸ਼ੀਸ਼ ਸਿੰਘ ਜੀ ਦੇ ਨਾਲ ਜਿਸ ਤਰ੍ਹਾਂ ਤੁਸੀਂ ਰੂਬਰੂ ਹੋ ਰਹੇ ਹੋ, ਇਹ ਭਾਈਚਾਰਾ ਜਿਹੜਾ ਹੈ ਨਾ, ਇਹ ਦੇਖਿਆ ਜਾਵੇ ਤਾਂ ਸਿਆਸਤ ਦੀਆਂ ਨੀਹਾਂ ਹੁੰਦੀਆਂ ਨੇ। ਔਰ ਇਹ ਨੀਹਾਂ ਜਿੰਨੀਆਂ ਮਜ਼ਬੂਤ ਹੁੰਦੀਆਂ ਨੇ, ਓਨੇ ਹੀ ਇਹ ਸਵਾਲ ਜਵਾਬ ਨੂੰ ਥੋੜ੍ਹੇ ਜਿਹੇ
ਸਾਊ ਵੱਧ ਹੁੰਦੇ ਨੇ। ਜਿਸ ਤਰ੍ਹਾਂ ਬਖਸ਼ੀਸ਼ ਜੀ ਨੇ ਪਾਰਕ ਦੀ ਸੁਵਿਧਾ ਬਾਰੇ ਚਾਨਣਾ ਪਾਇਆ, ਤੁਹਾਡੇ ਸਾਹਮਣੇ ਮੈਂ ਚਾਨਣਾ ਆਪਣੇ ਸ਼ਬਦਾਂ ਵਿੱਚ ਦੱਸ ਦਿੰਦੀ ਹਾਂ। ਪਿੰਡ ਕਾਲਖ ਦੇ ਵਿੱਚ ਜੋ ਪਾਰਕ ਬਣ ਰਿਹਾ ਉਸ ਦੇ ਵਿੱਚ ਚਾਰ ਦੀਵਾਰੀ ਦੇ ਉੱਤੇ ਇਹਨਾਂ ਨੇ ਜਾਲੀਆਂ ਲਗਾ ਦਿੱਤੀਆਂ ਨੇ ਔਰ ਬੱਚਿਆਂ ਨੂੰ ਖੇਡਣ ਦੇ ਲਈ ਉੱਥੇ ਝੁੱਲੇ ਲਗਾਏ ਜਾਣਗੇ, ਪਾਣੀ ਦੀ ਸੁਵਿਧਾ ਦਿੱਤੀ ਜਾਏਗੀ। ਪਿੰਡ ਦੀਆਂ ਮਹਿਲਾਵਾਂ ਔਰ ਬਜ਼ੁਰਗ ਸਵੇਰੇ ਔਰ ਸ਼ਾਮ ਨੂੰ ਮਾਰਨਿੰਗ ਵਾਕ ਔਰ ਈਵਨਿੰਗ ਵਾਕ ਕਰਨ ਸਕਣ, ਇਸ ਦੇ ਲਈ ਇੰਟਰਲੌਕ ਟੈਲਾਂ ਲਗਾ ਕੇ ਉੱਥੇ ਉਹਨਾਂ ਨੂੰ ਕ੍ਰੋਸਿੰਗ ਦੇ ਲਈ ਰਸਤਾ ਦਿੱਤਾ ਜਾਏਗਾ ਜਿੱਥੇ ਉਹ ਸੈਰ ਕਰ ਸਕਦੇ ਨੇ। ਆਓ ਆਪਾਂ ਗੱਲਬਾਤ ਕਰਦੇ ਹਾਂ ਬੀਬੀ ਪਰਮਜੀਤ ਕੌਰ ਜੀ ਦੇ ਅਗਲੇ ਵਿਕਾਸ ਕੰਮ ਦੇ ਸੰਬੰਧ ਦੇ ਵਿੱਚ। ਬਖਸ਼ੀਸ਼ ਜੀ, ਇੱਕ ਸਵਾਲ ਹੋਰ, ਤੁਸੀਂ ਜਿਸ ਤਰ੍ਹਾਂ ਚਾਨਣਾ ਪਾਇਆ ਕਿ ਤੁਸੀਂ ਪਿੰਡ ਦੇ ਪਾਰਕ ਦੇ ਵਿੱਚ ਓਪਨ ਜਿਮ ਵੀ ਲਗਾ ਰਹੇ ਹੋ, ਪਾਣੀ ਦਾ ਵੀ ਪ੍ਰਬੰਧ ਕਰ ਰਹੇ ਹੋ, ਜਾਲੀਆਂ ਵੀ ਲਗਾਈਆਂ ਹੋਈਆਂ ਨੇ, ਪਰ ਕਈ ਪਿੰਡਾਂ ਦੇ ਵਿੱਚ ਇੱਕ ਪਰੇਸ਼ਾਨੀ ਆਈ ਹੈ ਕਿ ਉੱਥੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ। ਈਵਨ ਇੱਥੋਂ ਤੱਕ ਕਿ ਜਿਹੜੇ ਪਾਰਕ ਦੇ ਵਿੱਚ ਜੋ ਸਹੂਲਤਾਂ ਝੁੱਲੇ ਵਗੈਰਾ ਦਿੱਤੇ ਹੁੰਦੇ ਨੇ ਨਾ, ਸ਼ਰਾਰਤੀ ਅਨਸਰ ਉਹਨਾਂ ਨੂੰ ਪੱਟ ਕੇ ਲੈ ਜਾਂਦੇ ਨੇ। ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ? ਜੇਕਰ ਹੁੰਦੀ ਹੈ ਫਿਰ ਤੁਸੀਂ ਆਪਣੇ ਪਾਰਕ ਦੀਆਂ ਸੁਵਿਧਾਵਾਂ ਨੂੰ ਕਿਸ ਤਰ੍ਹਾਂ ਬਚਾਓਗੇ? ਇਹ ਮੈਡਮ ਸਾਡੇ ਪਿੰਡ 'ਚ ਪਹਿਲਾਂ ਵਾਰਦਾਤ ਕੋਈ ਨਹੀਂ ਹੁੰਦੀ। ਇਹ ਜਿਹੜੀ ਜੋ ਪਾਰਕਿੰਗ ਬਣਾਈ ਆ ਅਸੀਂ ਬਿਲਕੁਲ ਪਿੰਡ ਦੇ ਨਾਲ ਬਣਾਈ ਆ ਜੀ। ਜੇ ਪਿੰਡ ਦੇ ਦੂਰ ਹੋਊ ਉੱਥੋਂ ਚੋਰੀ ਹੋਊ ਜੀ। ਤੇ ਹੁਣ ਬਖਸ਼ੀਸ਼ ਜੀ ਇੱਕ ਚਾਨਣਾ ਹੋਰ ਪਾ ਦਿਓ, ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ? ਨਸ਼ੇ ਦੇ ਬਿਲਕੁਲ ਨਹੀਂ, ਨਸ਼ੇ ਬੰਨਿਓ ਠੀਕ ਨੇ, ਨੌਜਵਾਨ ਵੀ ਠੀਕ ਨੇ, ਕੰਮ ਕਰਦੇ ਆ, ਸਾਰਾ ਕੁਝ ਖੇਡਦੇ ਵੀ ਨੇ ਜੀ। ਹਾਂ ਬਿਲਕੁਲ। ਬਖਸ਼ੀਸ਼ ਜੀ, ਬੀਬੀ ਪਰਮਜੀਤ ਕੌਰ ਜੀ ਦੀ ਪੰਚਾਇਤ ਨੂੰ ਪੰਜਾਬ ਸਰਕਾਰ ਨੇ ਹੁਣ ਲੇਟੈਸਟ ਤੁਹਾਡੇ ਐਮਐਲਏ ਸਾਹਿਬ ਸਰਦਾਰ ਕੁਲਦੀਪ ਸਿੰਘ ਵੈਦ ਜੀ ਨੇ ਕੁਝ ਦਿੱਤਾ? ਹਾਂਜੀ, ਐਮਐਲਏ ਸਾਹਿਬ ਇੱਕ ਹਫ਼ਤਾ ਹੋ ਗਿਆ 4,20,000 ਰੁਪਏ ਦੇ ਕੇ ਗਏ ਨੇ। ਕਿਸ ਕੰਮ ਲਈ? ਉਹ ਵੀ ਵਿਕਾਸ ਤੇ ਗਲੀਆਂ ਨਾਲੀਆਂ ਦਾ, ਇੱਕ ਜਿਮ ਦਾ ਕਮਰਾ ਪਾਉਣਾ, ਬਾਕੀ ਸਮਾਨ ਘਾਟ ਨੂੰ ਜੋ ਘਾਟ ਆ ਉਹ ਪੂਰੀ ਕਰਨੀ। ਕੀ 4,20,000 ਰੁਪਏ ਦੇ ਨਾਲ ਇਹ ਸਾਰੇ ਕੰਮ ਹੋ ਜਾਣਗੇ? ਨਹੀਂ, ਹੁਣ ਇਹ ਅਗਲੀ ਗ੍ਰਾਂਟ ਫੇਰ ਸਾਨੂੰ ਮਿਲੂ। ਉਹ ਵੈਦ ਸਾਹਿਬ ਕਹਿ ਕੇ ਗਏ ਨੇ ਵੀ ਇੱਕ ਮਹੀਨਾ ਰੁਕੋ, ਜਿਹੜੇ ਅਧੂਰੇ ਕੰਮ ਨੇ ਅਸੀਂ ਪੈਸੇ ਦੇਵਾਂਗੇ, ਕਰਾਵਾਂਗੇ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਕਾਲਖ ਦੀ, ਤਾਂ ਤੁਹਾਡੇ ਪਿੰਡ ਕਾਲਖ ਦੇ ਵਿੱਚ ਐਨਆਰਆਈ ਵੀਰ ਕਿੰਨੇ ਨੇ? ਔਰ ਐਨਆਰਆਈ ਵੀਰ ਸਾਡੇ ਹੈਗੇ 18-20 ਪਰਿਵਾਰ। ਔਰ ਇਹ ਐਨਆਰਆਈ ਵੀਰ ਨੇ ਜੋ 18 ਕਰੀਬ ਤੁਸੀਂ ਦੱਸਿਆ 18-20 ਪਰਿਵਾਰ ਨੇ, ਇਹ ਐਨਆਰਆਈ ਵੀਰ ਕਿ ਪਿੰਡ ਦੇ ਵਿਕਾਸ ਕੰਮਾਂ ਨੂੰ ਪੰਚਾਇਤ ਨੂੰ ਸਹਿਯੋਗ ਕਰਦੇ ਨੇ ਜਾਂ ਨਹੀਂ ਕਰਦੇ? ਪੰਚਾਇਤ ਨੂੰ ਕਰਦੇ ਆ ਜੀ, ਮਨੋਂ ਕਰ ਰਹੇ ਨੇ। ਉਹ ਸਾਨੂੰ ਉਹ ਸਕੂਲ ਬਾਰੇ ਪੈਸੇ ਦਿੱਤੇ, 2 ਕਮਰਿਆਂ ਦਾ ਲੈਂਟਰ ਪਵਾਇਆ ਉਹਨਾਂ ਨੇ, ਬਾਕੀ ਜੋ 3200 ਸਕੁਅਰ ਫੁੱਟ ਦਾ ਸੀ ਉਹਦੇ ਸੀਮੈਂਟ ਦੀ ਸੇਵਾ ਕੀਤੀ 1 ਲੱਖ ਰੁਪਏ ਦੀ, ਇਹ ਐਨਆਰ ਵੀਰਾਂ ਨੇ ਕੀਤੀ ਜੀ। ਬਹੁਤ ਵਧੀਆ ਗੱਲ ਹੈ, ਵਧਾਈ ਦਾ ਪਾਤਰ ਹੈ ਪਿੰਡ ਕਾਲਖ ਜਿੱਥੋਂ ਦੇ ਐਨਆਰਆਈ ਵੀਰ ਆਪਣੀ ਜੰਪਲ ਧਰਤੀ ਨੂੰ ਪਿਆਰ ਕਰਦੇ ਹੋਏ ਪਿੰਡ ਦੇ ਜੋ ਸਕੂਲ ਹੈ ਉਸ ਦੀ ਸੂਝ-ਬੂਝ ਲੈ ਰਹੇ ਨੇ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਸਕੂਲ ਦੀ, ਕੀ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ ਬੱਚੇ ਖਿਡਾਰੀ ਹੈ? ਜੀ ਖਿਡਾਰੀ ਹੈ ਮੈਡਮ, ਕਬੱਡੀ ਦੇ ਵੀ ਹੈ, ਫੁੱਟਬਾਲ ਦੇ ਵੀ ਹੈ, ਵਾਲੀਬਾਲ ਦੇ ਵੀ ਹੈ। ਕੀ ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਕੋਈ ਬੱਚੇ ਸਟੇਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਖੇਡਣ ਗਏ? ਹਾਂ, ਸਟੇਟ ਲੈਵਲ ਤੇ ਖੇਡ ਕੇ ਆਏ ਕਰੋਨਾ ਤੋਂ ਪਹਿਲਾਂ। ਕਿਹੜੀ ਗੇਮ? ਕਬੱਡੀ। ਫਿਰ ਪਿੰਡ ਕਾਲਖ ਵਧਾਈ ਦਾ ਪਾਤਰ ਹੈ ਕਿਉਂਕਿ ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਜੋ ਬੱਚੇ ਨੇ ਸਟੇਟ ਲੈਵਲ ਦੇ ਉੱਤੇ ਕਬੱਡੀ ਦੀ ਗੇਮ ਖੇਡ ਕੇ ਆਏ ਨੇ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਧੀਆਂ ਔਰ ਨੂੰਹਾਂ, ਇਹਨਾਂ ਦੋਨਾਂ ਦੇ ਘਰੇਲੂ ਹਾਲਾਤ ਕਿਹੋ ਜਿਹੇ ਨੇ? ਘਰੇਲੂ ਝਗੜਾ ਹੁੰਦਾ ਉਹ ਤਕਰੀਬਨ ਸਾਡੇ ਪੰਚਾਇਤ 'ਚ ਹੀ ਨਿਬੜ ਜਾਂਦਾ, ਥੋੜਾ ਬਾਲਾ ਹੁੰਦਾ ਜੀ। ਹਾਂ, ਉਹਨਾਂ ਦਾ ਕੋਈ ਕੇਸ ਨਹੀਂ ਚੱਲਦਾ ਜੀ। ਤੁਸੀਂ ਗੱਲ ਕੀਤੀ ਥੋੜੇ ਬਹੁਤੇ ਝਗੜਿਆਂ ਦੀ, ਤੇ ਆਪਾਂ ਫਿਰ ਗੱਲ ਕਰਦੇ ਹਾਂ ਤੁਹਾਡੀ ਪੰਚਾਇਤਾਂ ਦੀ। ਫਿਰ ਗੱਲ ਸ਼ੁਰੂ ਵਿੱਚ ਜੋ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਉੱਥੇ ਹੀ ਆਉਂਦੇ ਹਾਂ। ਜਿਸ ਸਮੇਂ ਤੁਸੀਂ ਸਰਪੰਚ ਨਹੀਂ ਸੀ, ਸਾਬਕਾ ਪੰਚਾਇਤ ਦੇ ਸਮੇਂ ਤੁਸੀਂ ਮੈਂਬਰ ਪੰਚਾਇਤ ਸੀ, ਤੇ ਉਸ ਸਮੇਂ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਕਮੀਆਂ ਨਜ਼ਰ ਆਉਂਦੀਆਂ ਸੀ ਜਿਹੜੀਆਂ ਹੁਣ ਤੁਸੀਂ ਬੀਬੀ ਪਰਮਜੀਤ ਕੌਰ ਜੀ ਦੇ ਕਾਰਜਕਾਲ ਦੇ ਦੌਰਾਨ ਖਤਮ ਕਰਨੀਆਂ? ਇਹ ਸਾਨੂੰ ਇੱਕ ਤਾਂ ਰਸਤੇ ਨਜ਼ਰ ਆਉਂਦੇ ਸੀ, ਕੱਚੇ ਰਸਤੇ ਪਏ ਸੀ, ਬਾਕੀ ਪੱਕੇ ਰਸਤਿਆਂ ਵਿੱਚ ਪਾਣੀ ਸੀਗਾ। ਦੂਜੀ ਖੇਡਣ ਦੀ ਬੱਚਿਆਂ ਨੂੰ ਜਗ੍ਹਾ ਨਹੀਂ ਸੀ ਪਾਰਕਿੰਗ ਦੀ। ਉਹ ਬਾਕੀ ਸਾਵੇਂ ਖੜਨ ਨੂੰ ਆਪਣੇ ਸਮਾਨ ਘਾਟ ਦੇ ਵਿੱਚ ਜਗ੍ਹਾ ਨਹੀਂ ਸੀ, ਤੇ ਇੱਕ ਧਰਮਸ਼ਾਲਾ ਦੀ ਜ਼ਰੂਰਤ ਸੀ ਉੱਧਰ ਐਸੀ। ਬਾਕੀ ਜੋ ਚੌਂਤਿਆਂ ਦੇ ਸ਼ੈੱਡ ਪਾਉਣੇ ਨੇ ਉਹਦੀ ਜ਼ਰੂਰਤ ਸੀ, ਉਹ ਅਸੀਂ ਕੀਤੇ ਹਨ। ਤੇ ਬਖਸ਼ੀਸ਼ ਜੀ, ਤੁਹਾਨੂੰ ਆਪਣੇ ਪਿੰਡ ਦੇ ਵਿੱਚ ਇੱਕ ਕਮੀ ਹੋਰ ਹੈ ਜੋ ਸਾਨੂੰ ਨਜ਼ਰ ਆਈ, ਕਿ ਤੁਹਾਨੂੰ ਨਜ਼ਰ ਨਹੀਂ ਆਈ? ਆਪਾਂ ਡਿਸਕਸ ਕਰ ਲਈਏ ਕੈਮਰੇ ਸਾਹਮਣੇ।
ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸਟਰੀਟ ਲਾਈਟ ਦੀ ਸਹੂਲਤ ਹੈ ਉਹ ਘੱਟ ਹੈ, ਤੇ ਪਿੰਡ ਵਾਸੀਆਂ ਨੂੰ ਸਟਰੀਟ ਲਾਈਟ ਦੀ ਸੁਵਿਧਾ ਲਈ ਤੁਹਾਡੀ ਪੰਚਾਇਤ ਨੇ ਕੀ ਸੋਚਿਆ ਹੋਇਆ? ਸਾਡੀ ਪੰਚਾਇਤ ਨੇ ਸੋਚਿਆ MP ਸਾਹਿਬ ਨੂੰ ਅਸੀਂ ਮਤਾ ਪਾ ਕੇ ਦਿੱਤਾ ਹੈ, ਉਹ ਸਾਨੂੰ ਅਗਲੀ ਗ੍ਰਾਂਟ 'ਚ ਦੇਗਾ, ਅਸੀਂ ਉਹ ਚਾਲੂ ਕਰਵਾਵਾਂਗੇ। ਕਿੰਨਾ ਸਮਾਂ ਹੋ ਗਿਆ ਮਤਾ ਪਾਈ ਨੂੰ? ਮਤਾ ਪਾਏ ਨੂੰ ਤਕਰੀਬਨ 1 ਸਾਲ ਦੇ ਤਕਰੀਬਨ ਹੋ ਗਏ। ਪਹਿਲੀ ਗ੍ਰਾਂਟ MP ਸਾਹਿਬ ਨੇ ਦੇਤੀ, ਅਸੀਂ ਉਹ ਸਕੂਲ ਤੇ ਖਰਚ ਕਰਤੀ ਜੀ ਦੂਜੀ ਕਿਸ਼ਤ ਦੇ ਵਿੱਚ ਜੀ ਉਹ ਅਸੀਂ ਇਹ ਲਾਈਟਾਂ ਚਾਲੂ ਕਰਾਵਾਂਗੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਹੈ MP ਦੀ, ਔਰ ਜੇਕਰ ਆਪਾਂ ਗੱਲ ਕਰੀਏ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਦੀ, ਕੀ ਉਹ MP ਬਣਨ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਦੁਬਾਰਾ ਆਏ? ਨਹੀਂ ਮੈਡਮ, ਹਜੇ ਤੱਕ ਨਹੀਂ, ਹੁਣ ਚੱਕਰ ਮਾਰਨਗੇ, ਹਜੇ ਤੱਕ ਨਹੀਂ। ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਸਟਰੀਟ ਲਾਈਟ ਦੀ ਸੁਵਿਧਾ ਬਹੁਤ ਜ਼ਰੂਰੀ ਹੈ, ਇਸ ਸਬੰਧ ਦੇ ਵਿੱਚ ਕੀ ਤੁਸੀਂ ਆਪਣੇ MLA ਸਰਦਾਰ ਕੁਲਦੀਪ ਸਿੰਘ ਵੈਦ ਜੀ ਨੂੰ ਦੱਸਿਆ ਜੀ, ਬਸ MLA ਸਾਹਿਬ ਨੂੰ ਵੀ ਦੱਸਿਆ, ਉਹਨਾਂ ਨੂੰ ਵੀ ਦੱਸਿਆ, ਉਹ ਕਹਿੰਦੇ ਵੀ ਅਸੀਂ ਇਹਦਾ ਹੱਲ ਕਰਾਂਗੇ ਜ਼ਰੂਰ ਜੀ। ਤੁਹਾਡੇ ਪਿੰਡ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਜਿਨ੍ਹਾਂ ਤੋਂ ਹੱਲੇ ਪਿੰਡ ਵਾਸੀ ਵਾਂਝੇ ਨੇ, ਔਰ ਬੀਬੀ ਪਰਮਜੀਤ ਕੌਰ ਜੀ ਆਪਣੇ ਕਾਰਜਕਾਲ ਦੇ ਦੌਰਾਨ ਉਹ ਸਹੂਲਤਾਂ ਦੇ ਦੇਣਗੇ? ਸਹੂਲਤਾਂ ਰਸਤੇ ਨੇ ਥੋੜੇ ਖਰਾਬ, ਉਹ ਬਣਨ ਵਾਲੇ ਆ। ਇੱਕ ਹਸਪੀਟਲ ਆ ਜੀ, ਸਰਕਾਰੂ, ਬੜਾ 25 ਬੈੱਡ ਦਾ ਸੀ ਜੀ, ਉਹ ਚਾਲੂ ਕਰਨ ਵਾਲਾ, ਬਸ ਵੱਡੀ ਸਹੂਲਤ ਹਸਪੀਟਲ ਦੀ ਆ, ਉਹ ਚਾਲੂ। ਬਾਕੀ ਰਸਤੇ ਥੋੜਾ ਖਾਲੀਆਂ ਦਾ ਕੰਮ ਰਹਿਣਾ। ਬਖਸ਼ੀਸ਼ ਜੀ, ਜਦੋਂ ਵੀ ਵਿਕਾਸ ਕੰਮ ਦੀ ਗੱਲ ਆਉਂਦੀ ਹੈ, ਮੈਂ ਤੁਹਾਡੇ ਤੋਂ ਸਵਾਲ ਕਰਦੀ ਹਾਂ ਹੋਰ ਕਿਹੜੇ ਕੰਮ ਨੇ, ਤਾਂ ਤੁਸੀਂ ਹਰ ਕੰਮ ਦੇ ਵਿੱਚ ਰਸਤੇ ਦਾ ਜ਼ਿਕਰ ਜ਼ਰੂਰ ਬਹੁਤ ਕਰਦੇ ਹੋ। ਕੀ ਤੁਹਾਡੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਗਲੀਆਂ ਨੇ ਬਣਨ ਨੂੰ ਪਈਆਂ ਹੋਈਆਂ, ਕਿੰਨੀਆਂ ਪੈਂਡਿੰਗ ਰਹਿੰਦਾ ਹਲੇ ਕੰਮ? 20 ਰਸਤੇ ਅਸੀਂ ਬਣਾਤੇ, 20 ਤੋਂ 25 ਰਸਤੇ ਬਹੁਤ ਹਾਲਤ ਖਰਾਬ ਆ, ਜੋ 40 ਸਾਲ ਦੇ ਪਹਿਲਾਂ ਦੇ ਬਣੇ ਹੋਏ ਨੇ, ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਦੇਖਣ ਵਾਲੀ ਗੱਲ ਇਹ ਹੈ, ਪਿੰਡ ਕਾਲਖ ਵੱਡਾ ਪਿੰਡ ਹੈ, ਔਰ ਜਿਸ ਤਰ੍ਹਾਂ ਹੀ ਮੈਂ ਇਹਨਾਂ ਨੂੰ ਸਵਾਲ ਕਰਿਆ ਸੀ ਬਖਸ਼ੀਸ਼ ਸਿੰਘ ਜੀ ਨੂੰ ਕਿ ਕਿੰਨੀਆਂ ਗਲੀਆਂ ਨੇ, ਕਿੰਨੇ ਰਸਤੇ ਨੇ ਜੋ ਕੰਪਲੀਟ ਹੀ ਨਹੀਂ ਹੋ ਰਹੇ, ਔਰ ਮੈਨੂੰ ਬਹੁਤ ਹੀ ਹੈਰਾਨੀ ਹੋਈ ਕਿ ਨੀਅਰ ਅਬਾਊਟ ਕਰੀਬ 45 ਰਸਤੇ ਨੇ, ਔਰ ਕਰੀਬ 45 ਰਸਤਿਆਂ ਦੇ ਵਿੱਚੋਂ ਬਖਸ਼ੀਸ਼ ਜੀ ਨੇ ਦੱਸਿਆ ਕਿ 20 ਰਸਤੇ ਉਹ ਕੰਪਲੀਟ ਕਰ ਚੁੱਕੇ ਨੇ, ਪਰ 20 ਤੋਂ 25 ਕੁਝ ਰਸਤੇ ਪਏ ਨੇ ਜਿਨ੍ਹਾਂ ਦੀ ਹਾਲਤ ਖਸਤਾ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਕੰਪਲੀਟ ਕੀਤਾ ਜਾਵੇ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਕਾਲਖ ਦੀ, ਤਾਂ 550 ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਸਰਕਾਰ ਨੇ 550 ਪੌਦਾ ਦਿੱਤਾ ਸੀ। ਤੁਹਾਡੇ ਪਿੰਡ ਕਾਲਖ ਵਿੱਚ ਉਹ ਪੌਦੇ ਕਿੱਥੇ ਲੱਗੇ ਤੇ ਹੁਣ ਤੱਕ ਕਿੰਨੇ ਪੌਦੇ ਪ੍ਰਫੁੱਲਿਤ ਹੋਏ ਨੇ? 550 ਪੌਦਾ ਦਿੱਤਾ ਸੀ, ਸਾਡੇ ਸਾਰੇ ਪੌਦੇ 500 ਹਜੇ ਤਿਆਰ ਨੇ ਜੀ। ਹਸਪੀਟਲ 'ਚ ਲੱਗੇ, ਆਪਣੇ ਸਮਾਨ ਘਾਟ 'ਚ ਲੱਗੇ ਤੇ ਰਸਤਿਆਂ ਤੇ ਲੱਗੇ, ਰੋਡਾਂ ਦੇ ਕਿਨਾਰਿਆਂ ਤੇ ਲੱਗੇ ਜੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਮਨਰੇਗਾ ਵਰਕਰ ਨੇ ਜਿਨ੍ਹਾਂ ਦੇ ਜੋਬ ਕਾਰਡ ਬਣੇ ਹੋਏ ਆ? ਇਹ 270 ਨੇ ਜੀ, ਮਨਰੇਗਾ ਦੇ ਥਰੂ ਜੋ ਕੰਮ ਕਰਦੇ ਆ, ਬਦਲਵੇਂ ਕੰਮ ਕਰਦੇ ਨੇ। ਬਖਸ਼ੀਸ਼ ਜੀ, ਬੀਬੀ ਪਰਮਜੀਤ ਕੌਰ ਜੀ ਦੇ ਪਿੰਡ ਕਾਲਖ ਦੇ ਵਿੱਚ ਹੱਡਾ ਰੋੜੀ ਦਾ ਕੀ ਪ੍ਰਬੰਧ ਹੈ? ਹੱਡਾ ਰੋੜੀ ਸੜਕ ਤੇ ਸੀ, ਇਹ ਅਸੀਂ ਪੰਚਾਇਤ ਦੀ ਜ਼ਮੀਨ 'ਚ ਦੂਰ ਪਿੰਡੋਂ ਦੂਰ ਕੀਤੀ ਆ, ਉਹ ਕਲੋਨੀ ਦੇ ਵਿੱਚ ਸੀ, ਉਹਦਾ ਬਹੁਤ ਮੁਸ਼ਕਲ ਸੀ ਜੀ। ਉਹਦਾ ਪ੍ਰਬੰਧ ਕੀਤਾ, ਜੀਰੀ ਦੀ ਕਟਾਈ ਹੋਊਗੀ, ਉਦੋਂ ਬਾਅਦ ਉੱਥੇ ਬਦਲੀ ਕਰ ਸ਼ਿਫਟ ਕੀਤੀ ਜਾਊਗੀ ਜੀ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਜੀਰੀ ਦੀ ਕਟਾਈ ਦੀ, ਤੇ ਇਸ ਸਮੇਂ ਦੌਰਾਨ ਪਰਾਲੀ ਜਿਹੜੀ ਹੈ ਉਹ ਮੁੱਦਾ ਹੈ ਕਿਸਾਨਾਂ ਦਾ, ਤੇ ਤੁਹਾਡੇ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਏਗੀ ਜਾਂ ਨਹੀਂ? ਨਹੀਂ, ਥੋੜੇ % ਲਗਾਈ ਜਾਊ, ਨਹੀਂ ਤਾਂ ਇਹਦਾ ਵਿੱਚ ਹੀ ਵਾਹੀ ਜਾਊ ਜੀ। ਔਰ ਪੰਜਾਬ ਦੇ ਕਿਸਾਨਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਵੀ ਅੱਗ ਘੱਟ ਲਾਓ, ਇਹਨੂੰ ਵਾਹੀ ਕਰਕੇ ਵਿੱਚ ਦੱਬੋ, ਇਹੀ ਸੁਨੇਹਾ ਸਾਡਾ। ਬਖਸ਼ੀਸ਼ ਜੀ, ਜਿੱਥੇ ਤੁਸੀਂ ਬੀਬੀ ਪਰਮਜੀਤ ਕੌਰ ਜੀ ਦੇ ਪਿੰਡ ਦੇ ਹਰ ਵਿਕਾਸ ਕੰਮ ਤੋਂ ਦਰਸ਼ਕਾਂ ਨੂੰ ਸਾਡੇ ਨੂੰ ਜਾਣੂ ਕਰਵਾਇਆ, ਉੱਥੇ ਹੀ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਦੀ। ਤੇ ਸਰਕਾਰੀ ਸਕੂਲ ਦੇ ਵਿੱਚ ਤੁਹਾਡੇ NRI ਵੀਰਾਂ ਨੇ ਕੀ ਸਹਿਯੋਗ ਦਿੱਤਾ, ਔਰ ਤੁਹਾਡੇ MP ਸਰਦਾਰ ਰਮਨੀਤ ਸਿੰਘ ਬਿੱਟੂ ਜੀ ਨੇ ਕੀ ਸਹਿਯੋਗ ਦਿੱਤਾ, ਔਰ ਤੁਹਾਡੇ MLA ਸਰਦਾਰ ਕੁਲਦੀਪ ਸਿੰਘ ਵੈਦ ਜੀ ਨੇ ਕੀ ਸਹਿਯੋਗ ਦਿੱਤਾ? MP ਸਾਹਿਬ ਨੇ ਸਹਿਯੋਗ ਦਿੱਤਾ ਸਾਨੂੰ, 2 ਕਮਰਿਆਂ ਤੇ ਲੈਂਟਰ ਪਾਇਆ, ਇੱਕ ਬਰਾਂਡੇ ਤੇ। ਜੋ NR ਵੀਰ ਨੇ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ, ਉਹਨਾਂ ਨੇ ਵੀ 2 ਕਮਰਿਆਂ ਤੇ ਬਰਾਬਰ ਲੈਂਟਰ ਪਾਇਆ ਜੀ। ਹਾਂਜੀ, ਤੇ ਬਾਕੀ 4 ਦੀਵਾਰੀ ਉੱਚੀ ਕਰਾਈ ਅਸੀਂ ਜੀ ਸਾਰੀ। ਔਰ ਤੁਹਾਡੇ ਪਿੰਡ ਦੇ ਸਕੂਲ ਦੇ ਜਿਹੜੇ ਬੱਚੇ ਨੇ ਪੜ੍ਹਾਈ ਵਿੱਚ, ਲੜਕੀਆਂ ਅੱਗੇ ਨੇ ਜਾਂ ਲੜਕੇ? ਲੜਕੀਆਂ ਅੱਗੇ ਨੇ, ਸਾਰੇ ਕਲਾਸਾਂ ਦੇ ਵਿੱਚ ਲੜਕੀਆਂ ਫਸਟ ਡਿਵੀਜ਼ਨ ਤੇ ਆ ਰਹੀਆਂ ਨੇ। ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਬੀਬੀ ਪਰਮਜੀਤ ਕੌਰ ਜੀ ਦੀ ਸਿਹਤ ਨਾਸਾਜ਼ ਹੋਣ ਦੇ ਕਾਰਨ ਉਹ ਆਪਣੇ ਰੂਬਰੂ ਨਹੀਂ ਹੋ ਸਕੇ, ਪਰ
ਬੀਬੀ ਪਰਮਜੀਤ ਕੌਰ ਜੀ ਦੇ ਪਤੀ ਸਰਦਾਰ ਬਖਸ਼ੀਸ਼ ਸਿੰਘ ਜੀ ਨੇ ਬੀਬੀ ਜੀ ਦੇ ਕੰਮਾਂ ਕਾਰਾਂ ਦਾ ਵੇਰਵਾ ਜੋ ਹੈ ਤੁਹਾਡੇ ਰੂਬਰੂ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਕਾਲਖ ਜੋ ਹਲਕਾ ਗਿੱਲ ਦਾ ਪਿੰਡ ਹੈ, ਇੱਥੋਂ ਦੀ ਮੌਜੂਦਾ ਸਰਪੰਚ ਬੀਬੀ ਪਰਮਜੀਤ ਕੌਰ ਜੀ ਦੇ ਅੱਗੇ ਦੇ ਕੰਮਾਂ ਕਾਰਾਂ ਦਾ ਵੇਰਵਾ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।